ਤੁਸੀਂ ਦੇਖ ਰਹੇ ਹੋ ਰੂਹਾਨੀ ਰੰਗ ਚੈਨਲ। ਸਾਡੇ ਚੈਨਲ ਵਿੱਚ ਆਉਣ ਤੇ ਤੁਹਾਡਾ ਸਵਾਗਤ ਹੈ। ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ। ਅੱਜ ਦੀ ਜੋ ਕਹਾਣੀ ਹੈ, ਇਹ ਕਹਾਣੀ ਇੱਕ ਭਿਖਾਰੀ ਦੀ ਹੈ। ਸਾਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਪਲੀਜ਼ ਤੁਸੀਂ ਵੀਡੀਓ ਨੂੰ ਜ਼ਰੂਰ ਐਂਡ ਤੱਕ ਦੇਖਿਓ, ਫਿਰ ਹੀ ਤੁਹਾਨੂੰ ਪੂਰੀ ਕਹਾਣੀ ਦਾ ਪਤਾ ਲੱਗ ਸਕੂਗਾ। ਇੱਕ ਭਿਖਾਰੀ ਇੱਕ ਘਰ ਦੇ ਵਿੱਚ ਰੋਜ਼ ਭੀਖ ਮੰਗਣ ਦੇ ਲਈ ਜਾਂਦਾ ਸੀ। ਜਦੋਂ ਉਹ ਭਿਖਾਰੀ ਭੀਖ ਦੇ ਲਈ ਆਵਾਜ਼ ਮਾਰਦਾ ਸੀ, ਉਸ ਘਰ ਦਾ ਜੋ ਮਾਲਕ ਸੀ ਉਹ ਜਦੋਂ ਵੀ ਬਾਹਰ ਆਉਂਦਾ ਸੀ, ਉਹ ਉਸ ਭਿਖਾਰੀ ਨੂੰ ਗਾਲਾਂ ਕੱਢਦਾ ਸੀ ਤੇ ਤਾਨੇ ਵੀ ਮਾਰਦਾ ਸੀ। ਤੂੰ ਮਾਰ ਕਿਉਂ ਨਹੀਂ ਜਾਂਦਾ? ਤੂੰ ਹਰ ਰੋਜ਼ ਮੂੰਹ ਚੱਕ ਕੇ ਆ ਜਾਣਾ ਆ। ਹੋਰ ਵੀ ਬਹੁਤ ਕੁਝ ਕਹਿੰਦਾ ਸੀ। ਕਈ ਵਾਰ ਤਾਂ ਉਹ ਉਸ ਨੂੰ ਧੱਕੇ ਵੀ ਮਾਰ ਦਿੰਦਾ ਸੀ। ਉਹ ਭਿਖਾਰੀ ਇੱਕ ਹੀ ਗੱਲ ਕਹਿੰਦਾ ਸੀ, ਪਰਮਾਤਮਾ ਤੇਰੇ ਪਾਪਾਂ ਨੂੰ ਮਾਫ ਕਰੇ। ਇੱਕ ਦਿਨ ਉਸ ਘਰ ਦਾ ਜੋ ਮਾਲਕ ਸੀ ਉਹ ਬਹੁਤ ਗੁੱਸੇ ਵਿੱਚ ਸੀ। ਉਹ ਭਿਖਾਰੀ ਵੀ ਉਸੇ ਟਾਈਮ ਭੀਖ ਮੰਗਣ ਦੇ ਲਈ ਆ ਗਿਆ। ਉਸ ਘਰ ਦੇ ਮਾਲਕ ਨੇ ਨਾ ਇੱਧਰ ਦੇਖਿਆ ਨਾ ਉੱਧਰ ਦੇਖਿਆ, ਉਸ ਭਿਖਾਰੀ ਦੇ ਸਿਰ ਵਿੱਚ ਪੱਥਰ ਮਾਰ ਦਿੱਤਾ। ਭਿਖਾਰੀ ਦੇ ਸਿਰ ਵਿੱਚੋਂ ਖੂਨ ਨਿਕਲਣ ਲੱਗ ਪਿਆ। ਫਿਰ ਵੀ ਉਸ ਭਿਖਾਰੀ ਨੇ ਉਹੀ ਗੱਲ ਕਹੀ, ਪਰਮਾਤਮਾ ਤੇਰੇ ਪਾਪਾਂ ਨੂੰ ਮਾਫ ਕਰੇ। ਫਿਰ ਉਹ ਭਿਖਾਰੀ ਉੱਥੋਂ ਤੁਰ ਪਿਆ। ਬਾਅਦ ਵਿੱਚ ਉਸ ਘਰ ਦੇ ਮਾਲਕ ਦਾ ਗੁੱਸਾ ਥੋੜਾ ਘੱਟ ਹੋਇਆ ਤੇ ਉਹ ਸੋਚਣ ਲੱਗ ਪਿਆ, ਮੈਂ ਉਸ ਦੇ ਸਿਰ ਵਿੱਚ ਪੱਥਰ ਵੀ ਮਾਰ ਦਿੱਤਾ, ਉਸ ਦੇ ਸਿਰ ਵਿੱਚੋਂ ਖੂਨ ਵੀ ਆਉਣ ਲੱਗ ਪਿਆ, ਫਿਰ ਵੀ ਉਸਨੇ ਮੈਨੂੰ ਕੁਝ ਨਹੀਂ ਕਿਹਾ, ਉਲਟਾ ਮੈਨੂੰ ਦੁਆਵਾਂ ਹੀ ਦੇ ਕੇ ਗਿਆ। ਉਹ ਸੋਚਣ ਲੱਗ ਪਿਆ, ਕੀ ਵਜ੍ਹਾ ਹੋ ਸਕਦੀ ਹੈ, ਮੈਨੂੰ ਜਾਣਨਾ ਪੈਣਾ ਆ। ਉਹ ਭਿਖਾਰੀ ਦਾ ਪਿੱਛਾ ਕਰਨ ਲੱਗ ਪਿਆ। ਭਿਖਾਰੀ ਜਿੱਥੇ ਵੀ ਜਾਂਦਾ ਸੀ ਉਹ ਵੀ ਉਸ ਦੇ ਪਿੱਛੇ ਹੀ ਜਾਂਦਾ ਸੀ। ਕੋਈ ਉਸ ਨੂੰ ਭੀਖ ਦੇ ਦਿੰਦਾ ਸੀ ਤੇ ਕੋਈ ਉਸ ਨੂੰ ਗਾਲਾਂ ਕੱਢਦਾ ਸੀ। ਫਿਰ ਵੀ ਉਹ ਭਿਖਾਰੀ ਉਹੀ ਗੱਲ ਕਹਿੰਦਾ ਸੀ, ਪਰਮਾਤਮਾ ਤੁਹਾਡੇ ਪਾਪਾਂ ਨੂੰ ਮਾਫ ਕਰੇ। ਹੁਣ ਹਨੇਰਾ ਵੀ ਹੋਣ ਵਾਲਾ ਸੀ। ਭਿਖਾਰੀ ਆਪਣੇ ਘਰ ਨੂੰ ਜਾਣ ਲੱਗ ਪਿਆ ਤੇ ਉਸ ਘਰ ਦਾ ਜੋ ਮਾਲਕ ਸੀ ਉਹ ਵੀ ਉਸ ਦੇ ਪਿੱਛੇ ਹੀ ਸੀ। ਭਿਖਾਰੀ ਜਦੋਂ ਆਪਣੇ ਘਰ ਪਹੁੰਚਿਆ ਤਾਂ ਇੱਕ ਟੁੱਟੇ ਜਿਹੇ ਮੰਜੇ ਉੱਤੇ ਇੱਕ ਬੁੜੀ ਔਰਤ ਲੰਮੀ ਪਈ ਸੀ। ਉਹ ਔਰਤ ਭਿਖਾਰੀ ਦੀ ਪਤਨੀ ਸੀ। ਜਿੱਦਾਂ ਹੀ ਉਸਨੇ ਆਪਣੇ ਪਤੀ ਨੂੰ ਦੇਖਿਆ ਤਾਂ ਉਹ ਉੱਠ ਕੇ ਖੜੀ ਹੋ ਗਈ ਤੇ ਉਸਨੇ ਭੀਖ ਦਾ ਕਟੋਰਾ ਦੇਖਿਆ ਤਾਂ ਉਸ ਭੀਖ ਦੇ ਕਟੋਰੇ ਵਿੱਚ ਸਿਰਫ 2 ਰੋਟੀਆਂ ਹੀ ਸੀ। ਉਹ 2 ਰੋਟੀਆਂ ਦੇਖ ਕੇ ਬੋਲੀ, ਬਸ 2 ਹੀ ਰੋਟੀਆਂ, ਹੋਰ ਕੁਛ ਨਹੀਂ, ਤੇ ਇਹ ਤੁਹਾਡਾ ਸਿਰ ਕਿਸ ਤਰ੍ਹਾਂ ਫੁੱਟ ਗਿਆ ਹੈ? ਭਿਖਾਰੀ ਬੋਲਿਆ, ਬਸ ਇੰਨਾ ਹੀ ਆ, ਕਿਸੇ ਨੇ ਮੈਨੂੰ ਕੁਝ ਨਹੀਂ ਦਿੱਤਾ, ਲੋਕਾਂ ਨੇ ਮੈਨੂੰ ਗਾਲਾਂ ਕੱਢੀਆਂ ਤੇ ਮੇਰੇ ਸਿਰ ਵਿੱਚ ਪੱਥਰ ਮਾਰੇ ਤਾਂ ਮੇਰਾ ਸਿਰ ਫੁੱਟ ਗਿਆ। ਭਿਖਾਰੀ ਨੇ ਕਿਹਾ, ਇਹ ਸਾਰਾ ਸਾਡੇ ਪਾਪਾਂ ਦਾ ਕਰਮ ਆ। ਉਸ ਭਿਖਾਰੀ ਨੇ ਆਪਣੀ ਔਰਤ ਨੂੰ ਕਿਹਾ, ਤੈਨੂੰ ਕੁਝ ਯਾਦ ਆ, ਪਹਿਲਾਂ ਆਪਾਂ ਕਿੰਨੇ ਅਮੀਰ ਹੁੰਦੇ ਸੀ, ਕੀ ਨਹੀਂ ਸੀ ਸਾਡੇ ਕੋਲ, ਪਰ ਅਸੀਂ ਕਦੀ ਕਿਸੇ ਨੂੰ ਦਾਨ ਨਹੀਂ ਕੀਤਾ। ਤੈਨੂੰ ਯਾਦ ਆ ਉਹ ਅੰਨਾ ਭਿਖਾਰੀ? ਉਸ ਔਰਤ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਉਸਨੇ ਕਿਹਾ, ਮੈਨੂੰ ਯਾਦ ਆ, ਅਸੀਂ ਕਿੱਦਾਂ ਉਸ ਅੰਨੇ ਭਿਖਾਰੀ ਦਾ ਮਜ਼ਾਕ ਉਡਾਉਂਦੇ ਹੁੰਦੇ ਸੀ, ਕਿੱਦਾਂ ਉਸ ਨੂੰ ਰੋਟੀਆਂ ਦੀ ਜਗ੍ਹਾ ਤੇ ਕਾਗਜ਼ ਦੇ ਦਿੰਦੇ ਸੀ। ਅਸੀਂ ਉਸ ਨੂੰ ਜਲੀਲ ਵੀ ਕਰਦੇ ਸੀ, ਕਈ ਵਾਰ ਤਾਂ ਅਸੀਂ ਉਸ ਨੂੰ ਧੱਕੇ ਵੀ ਮਾਰ ਦਿੰਦੇ ਸੀ। ਉਸ ਬੁੜੀ ਔਰਤ ਨੇ ਕਿਹਾ, ਇਹ ਸਾਰਾ ਕੁਝ ਮੈਨੂੰ ਯਾਦ ਆ। ਇੱਕ ਵਾਰ ਉਹ ਰੋਟੀ ਮੰਗਦਾ ਸੀ ਤੇ ਮੈਂ ਉਸ ਨੂੰ ਨਾਲੀ ਵਿੱਚ ਸੁੱਟ ਦਿੱਤਾ ਸੀ ਤੇ ਉਸ ਦਾ ਕਟੋਰਾ ਵੀ ਰੱਖ ਲਿਆ ਸੀ। ਤੇ ਉਹ ਅੰਨਾ ਭਿਖਾਰੀ ਹਮੇਸ਼ਾ ਕਹਿੰਦਾ ਹੁੰਦਾ ਸੀ, ਤੁਹਾਡੇ ਪਾਪਾਂ ਦਾ ਹਿਸਾਬ ਉਹ ਪਰਮਾਤਮਾ ਕਰੂਗਾ। ਉਹ ਭਿਖਾਰੀ ਦੀ ਬਰਦੁਆ ਸਾਨੂੰ ਲੱਗ ਗਈ ਹੈ। ਫਿਰ ਉਸ ਭਿਖਾਰੀ ਨੇ ਕਿਹਾ, ਮੈਂ ਕਿਸੇ ਨੂੰ ਬਰਦੁਆ ਨਹੀਂ ਦਿੰਦਾ, ਚਾਹੇ ਉਹ ਮੈਨੂੰ ਜੋ ਮਰਜ਼ੀ ਕਹਿ ਜਾਣ, ਮੇਰੀ ਜ਼ੁਬਾਨ ਤੇ ਹਮੇਸ਼ਾ ਉਹਨਾਂ ਦੇ ਲਈ ਦੁਆ ਹੀ ਨਿਕਲਦੀ ਹੈ। ਮੈਂ ਨਹੀਂ ਚਾਹੁੰਦਾ ਕੋਈ ਹੋਰ ਐਨੇ ਬੁਰੇ ਦਿਨ ਦੇਖੇ ਜਿੰਨੇ ਮਾੜੇ ਦਿਨ ਮੈਂ ਦੇਖਣ ਲੱਗਾ ਆ। ਇਸ ਲਈ ਮੈਂ ਸਾਰਿਆਂ ਨੂੰ ਦੁਆਵਾਂ ਹੀ ਦਿੰਦਾ ਆ, ਕਿਉਂਕਿ ਉਹਨਾਂ ਲੋਕਾਂ ਨੂੰ ਪਤਾ ਨਹੀਂ ਉਹ ਕਿੱਡਾ ਵੱਡਾ ਪਾਪ ਕਰ ਰਹੇ ਨੇ। ਉਹ ਸਿੱਧਾ ਰੱਬ ਪਰਮਾਤਮਾ ਅੱਲਾ ਦੇਖ ਰਿਹਾ ਹੈ
ਜਿੱਦਾਂ ਦਾ ਅਸੀਂ ਭੁਗਤ ਰਹੇ ਹਾਂ ਇਸ ਤਰ੍ਹਾਂ ਦਾ ਕੋਈ ਹੋਰ ਨਾ ਭੁਗਤੇ। ਇਸ ਲਈ ਮੈਨੂੰ ਮੇਰਾ ਹਾਲ ਦੇਖ ਕੇ ਮੇਰੇ ਮੂੰਹ ਵਿੱਚੋਂ ਹਮੇਸ਼ਾ ਹੀ ਲੋਕਾਂ ਦੇ ਲਈ ਦੁਆਵਾਂ ਹੀ ਨਿਕਲਦੀਆਂ ਹਨ। ਉਹ ਜੋ ਮਕਾਨ ਦਾ ਮਾਲਕ ਸੀ ਉਹ ਚੋਰੀ ਚੋਰੀ ਇਹ ਗੱਲਾਂ ਸੁਣ ਰਿਹਾ ਸੀ। ਉਸ ਨੂੰ ਇਹ ਸਾਰੀ ਗੱਲ ਸਮਝ ਆ ਗਈ ਸੀ। ਉਹ ਭਿਖਾਰੀ ਤੇ ਉਸ ਦੀ ਪਤਨੀ ਨੇ ਉਹ 2 ਰੋਟੀਆਂ ਖਾਧੀਆਂ ਤੇ ਉਹ ਰੱਬ ਦੀ ਮਰਜ਼ੀ ਕਹਿ ਕੇ ਸੌਂ ਗਏ। ਦੂਸਰੇ ਦਿਨ ਉਹ ਭਿਖਾਰੀ ਭੀਖ ਮੰਗਣ ਉਸੇ ਹੀ ਘਰ ਗਿਆ। ਉਸ ਘਰ ਦੇ ਮਾਲਕ ਨੇ ਪਹਿਲਾਂ ਹੀ ਰੋਟੀਆਂ ਕੱਢ ਕੇ ਰੱਖੀਆਂ ਹੋਈਆਂ ਸੀ। ਉਸ ਨੇ ਉਹ ਰੋਟੀਆਂ ਉਹ ਭਿਖਾਰੀ ਨੂੰ ਦੇ ਦਿੱਤੀਆਂ ਤੇ ਹਲਕਾ ਜਿਹਾ ਮੁਸਕਰਾ ਕੇ ਕਿਹਾ, ਮੈਨੂੰ ਮਾਫ ਕਰ ਦਿਓ ਬਾਬਾ ਜੀ, ਮੇਰੇ ਤੋਂ ਗਲਤੀ ਹੋ ਗਈ। ਉਸ ਭਿਖਾਰੀ ਨੇ ਕਿਹਾ, ਪਰਮਾਤਮਾ ਤੇਰਾ ਭਲਾ ਕਰੇ। ਫਿਰ ਉਹ ਭਿਖਾਰੀ ਉੱਥੋਂ ਚਲੇ ਗਿਆ। ਉਸ ਘਰ ਦੇ ਮਾਲਕ ਨੂੰ ਇਹ ਗੱਲ ਸਮਝ ਆ ਗਈ ਸੀ। ਇਨਸਾਨ ਤਾਂ ਬਸ ਦੁਆ ਤੇ ਵਰਦੁਆ ਹੀ ਦਿੰਦਾ ਆ, ਲੇਕਿਨ ਰੱਬ ਪਰਮਾਤਮਾ ਅੱਲਾ ਸਾਡੇ ਕਰਮਾਂ ਦੇ ਹਿਸਾਬ ਨਾਲ ਫਲ ਦਿੰਦਾ ਆ।